पवन में पवन समाया। श्री गुरु तेग बहादुर साहिब जी के 400 साला प्रकाश उत्सव ਨੂੰ ਸਮਰਪਿਤ ਸਿੱਖਿਆ ਵਿਭਾਗ ਪੰਜਾਬ ਦੁਆਰਾ ਕਰਵਾਏ ਜਾ ਰਹੇ ਵਿਦਿਅਕ ਮੁਕਾਬਲੇ 2020 ਦੇ ਜੱਜਮੈਂਟ ਐਂਟਰੀ ਫੋਰਮ ਵਿੱਚ ਐਂਟਰੀ ਭਰਨ ਦੀ ਇਸ ਪ੍ਰਕਿਰਿਆ ਵਿੱਚ ਤੁਹਾਡਾ ਸਵਾਗਤ ਹੈ। ਇਸ ਵੀਡੀਓ ਰਾਹੀਂ ਜੱਜਮੈਂਟ ਭਰਨ ਦੀ ਪੂਰੀ ਪ੍ਰਕਿਰਿਆ ਦਰਸਾਈ ਜਾਵੇਗੀ। ਤਾਂ ਸਭ ਤੋਂ ਪਹਿਲਾਂ ਜਿਨ੍ਹਾਂ ਜੱਜੀ ਸਹਿਬਾਨ ਦੀ ਇਸ ਵਿਦਿਅਕ ਮੁਕਾਬਲੇ ਦੇ ਵੱਖ-ਵੱਖ ਪੜਾਅ ਵਿੱਚ ਬਤੌਰ ਜੱਜ ਡਿਊਟੀ ਲੱਗੀ ਹੈ, ਉਹਨਾਂ ਨੂੰ ਸਟੇਟ ਟੀਮ ਵੱਲੋਂ ਇਸ ਤਰ੍ਹਾਂ ਦੀ ਸਕਰੀਨ ਉੱਪਰ ਦਰਸਾਏ ਅਨੁਸਾਰ ਇੱਕ ਵਰਕਿੰਗ ਕਾਪੀ ਮੁਹੱਈਆ ਕਰਵਾਈ ਜਾਵੇਗੀ। ਇਹ ਤੁਹਾਨੂੰ ਸੌਫਟ ਕਾਪੀ ਦੇ ਰੂਪ ਵਿੱਚ ਭੇਜੀ ਜਾਵੇਗੀ। ਤੁਸੀਂ ਇਸ ਨੂੰ ਆਪਣੇ ਪੱਧਰ ਤੇ ਪ੍ਰਿੰਟ ਕਰਵਾ ਸਕਦੇ ਹੋ ਜਾਂ ਇਸ ਨੂੰ ਕਾਗਜ਼ ਦੇ ਉੱਪਰ ਲਾਈਨਾਂ ਲਗਾ ਕੇ ਤਿਆਰ ਕਰ ਸਕਦੇ ਹੋ। ਇਸ ਦੇ ਨਾਲ ਹੀ ਤੁਹਾਨੂੰ ਸਕਰੀਨ ਉੱਪਰ ਦਰਸਾਏ ਅਨੁਸਾਰ ਇਸ ਤਰ੍ਹਾਂ ਦੀ ਇੱਕ ਐਕਸਲ ਸ਼ੀਟ ਮੁਹੱਈਆ ਕਰਵਾਈ ਜਾਵੇਗੀ, ਜਿਸ ਵਿੱਚ ਜੱਜ ਕੀਤੀਆਂ ਜਾਣ ਵਾਲੀਆਂ ਐਂਟਰੀਜ਼ ਦਾ ਐਂਟਰੀ ਕੋਡ ਅਤੇ URL ਜਿਸ ਨੂੰ ਦੇਖ ਕੇ ਜੱਜਮੈਂਟ ਕੀਤੀ ਜਾਣੀ ਹੈ, ਇਹ ਦੋਨੇ ਕਾਲਮ ਸ਼ਾਮਿਲ ਹੋਣਗੇ। ਤਾਂ ਜੱਜਮੈਂਟ ਦੀ ਪ੍ਰਕਿਰਿਆ ਸ਼ੁਰੂ ਕਰਨ ਤੋਂ ਪਹਿਲਾਂ ਸਕਰੀਨ ਤੇ ਦਰਸਾਏ ਅਨੁਸਾਰ ਇਸ ਤਰ੍ਹਾਂ ਦੀ ਇੱਕ ਵਰਕਿੰਗ ਕਾਪੀ ਤਿਆਰ ਕਰ ਲਈ ਜਾਵੇਗੀ ਤੇ ਉਸ ਦੇ ਵਿੱਚ ਸਭ ਤੋਂ ਪਹਿਲੇ ਕਾਲਮ ਦੇ ਵਿੱਚ ਐਂਟਰੀ ਕੋਡ ਲਿਖ ਦਿੱਤਾ ਜਾਵੇਗਾ। ਅਸੀਂ ਇੱਕ ਜੱਜ ਨੂੰ ਅਲਾਟ ਹੋਈਆਂ ਸਾਰੀਆਂ ਐਂਟਰੀਜ਼ ਨੂੰ ਇੱਕ ਲੜੀ ਦੇ ਵਿੱਚ ਇਸ ਫਾਰਮ ਦੇ ਵਿੱਚ ਭਰ ਲਵਾਂਗੇ। ਇਸ ਤੋਂ ਬਾਅਦ ਸਾਨੂੰ ਮਿਲੀ ਐਕਸਲ ਫਾਈਲ ਦੇ ਵਿੱਚੋਂ ਜਿਸ ਦੇ ਪਹਿਲੇ ਐਂਟਰੀ ਕੋਡ ਅਸੀਂ ਆਪਣੇ ਵਰਕਿੰਗ ਕਾਪੀ ਵਿੱਚ ਭਰੇ ਹਨ, ਉਸ ਦੇ ਸਾਹਮਣੇ ਦਿੱਤੇ URL ਅਸੀਂ ਪਲੇ ਕਰਨੇ ਹਨ। ਇਸ ਮੰਤਵ ਲਈ ਅਸੀਂ ਉਸ URL ਦੇ ਉੱਪਰ ਇੱਕ ਵਾਰ ਕਲਿੱਕ ਕਰਾਂਗੇ ਤਾਂ ਉਹ ਜਿਹੜਾ URL ਹੋਏਗਾ ਉਹ ਪਲੇ ਹੋਣਾ ਸਟਾਰਟ ਹੋ ਜਾਵੇਗਾ। ਅਸੀਂ ਇਸ ਐਂਟਰੀ ਨੂੰ ਦੇਖ ਕੇ ਇਸ ਦੇ ਬਾਰੇ ਜਿਹੜੀ ਆਪਣੀ ਜੱਜਮੈਂਟ ਹੈਗੀ ਆ ਉਹ ਤਿਆਰ ਕਰਾਂਗੇ। ਇਹ ਜਿਹੜੀ ਜੱਜਮੈਂਟ ਹੈ ਇਹ ਅਸੀਂ ਸਭ ਤੋਂ ਪਹਿਲਾਂ ਵਰਕਿੰਗ ਕਾਪੀ ਦੇ ਉੱਪਰ ਬਣਾਵਾਂਗੇ, ਉਸ ਤੋਂ ਬਾਅਦ ਇਹਨੂੰ ਅਸੀਂ ਆਪਣੇ ਫਾਰਮ ਦੇ ਵਿੱਚ ਭਰਾਂਗੇ। ਇੱਕ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਕਿ ਸਭ ਤੋਂ ਪਹਿਲਾਂ ਐਂਟਰੀਜ਼ ਦੇਖ ਕੇ ਕਾਗਜ਼ ਦੇ ਉੱਪਰ ਆਪਣਾ ਰਿਜ਼ਲਟ ਤਿਆਰ ਕੀਤਾ ਜਾਵੇ। ਉਸ ਤੋਂ ਬਾਅਦ ਜਿਹੜਾ ਫਾਰਮ ਭਰਨ ਦਾ ਪ੍ਰੋਸੈਸ ਹੈ ਉਹ ਸਟਾਰਟ ਕੀਤਾ ਜਾਣਾ ਹੈ। ਤਾਂ ਇਸ ਤਰੀਕੇ ਨਾਲ ਅਸੀਂ ਆਪਣੀ ਐਂਟਰੀ ਪੂਰੀ ਦੇਖ ਲਵਾਂਗੇ। ਇਸ ਤੋਂ ਬਾਅਦ ਇਸ ਤਰ੍ਹਾਂ ਦੀ ਵਰਕਿੰਗ ਕਾਪੀ ਦੇ ਵਿੱਚ ਅਸੀਂ ਉਸ ਐਂਟਰੀ ਨੂੰ ਦੇਖਣ ਉਪਰੰਤ ਉਸ ਦੀ ਪੇਸ਼ਕਾਰੀ ਜੋ ਕਿ 5 ਅੰਕਾਂ ਦੀ ਹੈ, ਇਸ ਦੇ ਵਿੱਚੋਂ ਉਸ ਐਂਟਰੀ ਕੋਡ ਦੇ ਸਾਹਮਣੇ ਉਸ ਦੇ ਅੰਕ ਲਗਾ ਦੇਵਾਂਗੇ। ਲੈ ਅਤੇ ਆਵਾਜ਼ ਜੋ 10 ਅੰਕਾਂ ਦੀ ਹੈ, ਸ਼ੁੱਧ ਉਚਾਰਨ ਜਿਸ ਲਈ 5 ਅੰਕ ਨਿਰਧਾਰਿਤ ਕੀਤੇ ਗਏ ਨੇ, ਸਾਜ਼ਾਂ ਨਾਲ ਤਾਲਮੇਲ ਇਹ 5 ਅੰਕ ਦਾ ਤੇ ਸਮੁੱਚਾ ਪ੍ਰਭਾਵ ਇਹ 5 ਅੰਕ ਦਾ। ਇਸ ਦੇ ਵਿੱਚ ਅਸੀਂ ਆਪਣੀ ਜਿਹੜੀ ਐਂਟਰੀ ਹੈ ਉਹ ਕਰ ਲਵਾਂਗੇ। ਉਰੇ ਇੱਕ ਗੱਲ ਵਿਸ਼ੇਸ਼ ਤੌਰ ਤੇ ਧਿਆਨ ਰੱਖੀ ਜਾਵੇ ਕਿ ਜੇਕਰ ਕੋਈ ਐਂਟਰੀ ਅਯੋਗ ਕਰਾਰ ਦਿੱਤੀ ਜਾਂਦੀ ਹੈ ਤਾਂ ਉਸ ਨੂੰ ਵਿਸ਼ੇਸ਼ ਕਥਨ ਵਿੱਚ ਨੋਟ ਕਰ ਲਿਆ ਜਾਵੇ ਤਾਂ ਜੋ ਅਸੀਂ ਫਾਰਮ ਤੇ ਭਰਦੇ ਸਮੇਂ ਉਸ ਦੀ ਐਂਟਰੀ ਕਰ ਸਕੀਏ। ਇਸ ਤਰੀਕੇ ਨਾਲ ਅਸੀਂ ਆਪਣੀ ਵਰਕਿੰਗ ਕਾਪੀ ਸਾਨੂੰ ਮਿਲੀਆਂ ਸਾਰੀਆਂ ਐਂਟਰੀਜ਼ ਦੇ ਅਨੁਸਾਰ ਤਿਆਰ ਕਰ ਲਵਾਂਗੇ। ਵਰਕਿੰਗ ਕਾਪੀ ਪੂਰੀ ਤਰ੍ਹਾਂ ਤਿਆਰ ਹੋਣ ਤੋਂ ਬਾਅਦ ਅਸੀਂ ਇਹਨਾਂ ਦਾ ਰਿਜ਼ਲਟ ਦੇਖ ਲਵਾਂਗੇ ਕਿ ਸਾਡਾ ਫਸਟ, ਸੈਕਿੰਡ, ਥਰਡ ਇੱਕ ਬੱਚਾ ਹੀ ਹੋਵੇ। ਟਾਈ ਹੋਣ ਦੇ ਕੇਸ ਦੇ ਵਿੱਚ ਅਸੀਂ ਐਂਟਰੀਜ਼ ਨੂੰ ਦੁਬਾਰਾ ਪਰਖਾਂਗੇ ਤੇ ਉਸ ਦੇ ਅਕੋਰਡਿੰਗਲੀ ਆਪਣਾ ਜਿਹੜਾ ਰਿਜ਼ਲਟ ਹੈਗਾ ਉਹ ਰਿਵਾਈਜ਼ ਕੀਤਾ ਜਾ ਸਕਦਾ ਹੈ। ਵਰਕਿੰਗ ਕਾਪੀ ਪੂਰੀ ਤਰ੍ਹਾਂ ਤਿਆਰ ਹੋਣ ਤੋਂ ਬਾਅਦ ਅਸੀਂ ਤੇ ਸਾਨੂੰ ਮਿਲੇ ਗਏ ਲਿੰਕ ਦੇ ਉੱਪਰ ਅਸੀਂ ਕਲਿੱਕ ਕਰਾਂਗੇ ਤਾਂ ਸਾਨੂੰ ਸਕਰੀਨ ਉੱਪਰ ਦਰਸਾਏ ਅਨੁਸਾਰ ਇੱਕ ਫਾਰਮ ਨਜ਼ਰ ਆਵੇਗਾ। ਇਸ ਫਾਰਮ ਵਿੱਚ ਭਰੇ ਗਏ ਸਾਰੇ ਡਾਟੇ ਦੀ ਸੂਚਨਾ ਤੁਹਾਨੂੰ ਤੁਹਾਡੀ ਈਮੇਲ ਤੇ ਨਾਲ ਦੀ ਨਾਲ ਭੇਜੀ ਜਾਵੇਗੀ ਤਾਂ ਜੋ ਤੁਸੀਂ ਮਿਲਾਨ ਕਰ ਸਕੋ। ਤਾਂ ਇਸ ਲਈ ਅਸੀਂ ਆਪਣੀ ਈਮੇਲ ਇਸ ਦੇ ਵਿੱਚ ਭਰਨੀ ਹੈ ਜਿਸ ਉੱਪਰ ਅਸੀਂ ਆਪਣੀ ਰਿਸਿਪਟ ਪ੍ਰਾਪਤ ਕਰਨੀ ਹੈ। ਤਾਂ ਇਸ ਵਿੱਚ ਜੱਜ ਆਪਣੀ ਈਮੇਲ ID ਭਰੇਗਾ। ਮੰਨ ਲਓ ਅਸੀਂ ਉਰੇ ਈਮੇਲ ID ਭਰ ਦਿੰਦੇ ਹਾਂ। ਮੰਨ ਲਓ ਅਸੀਂ ਇਹ ਆਪਣੀ ਈਮੇਲ ID ਜਿਹੜੀ ਹੈਗੀ ਆ ਉਹ ਭਰ ਦਿੰਦੇ ਹਾਂ। ਹੁਣ ਨੈਕਸਟ ਦੇ ਉੱਪਰ ਅਗਲਾ ਸਟੈਪ ਜੋ ਹੈ ਇਸ ਨੂੰ ਧਿਆਨ ਨਾਲ ਦੇਖਣਾ ਹੈ। ਹਰੇਕ ਜੱਜ ਨੂੰ ਐਂਟਰੀ ਕਰਨ ਦੇ ਲਈ ਇੱਕ ਗੁਪਤ ਕੋਡ ਪ੍ਰਾਪਤ ਹੋਏਗਾ ਜੋ ਕਿ ਕਿਸੇ ਨਾਲ ਵੀ ਮੈਚ ਨਹੀਂ ਕਰੇਗਾ। ਇਹ ਗੁਪਤ ਕੋਡ ਤੁਹਾਨੂੰ ਤੁਹਾਡੇ WhatsApp ਨੰਬਰ ਤੇ ਪ੍ਰਾਪਤ ਹੋਇਆ ਹੋਵੇਗਾ
ਜੇਕਰ ਤੁਹਾਨੂੰ ਇਹ ਗੁਪਤ ਕੋਡ ਪ੍ਰਾਪਤ ਨਹੀਂ ਹੋਇਆ ਤਾਂ ਤੁਸੀਂ ਸਟੇਟ ਟੀਮ ਦੇ ਇਨਕੁਆਇਰੀ ਆਫਿਸਰ ਨਾਲ ਕੰਟੈਕਟ ਕਰ ਸਕਦੇ ਹੋ। ਜਿਹੜਾ ਜੱਜ ਕੋਡ ਹੋਏਗਾ ਤੁਹਾਨੂੰ ਪ੍ਰਾਪਤ ਹੋਏਗਾ, ਇਹ 5 ਅੰਕਾਂ ਦਾ ਹੋਏਗਾ, ਜਿਸ ਨੂੰ ਤੁਸੀਂ ਜੋ ਵੀ ਜੱਜ ਕੋਡ ਹੋਏਗਾ ਉਹ ਉਰੇ ਐਂਟਰ ਕਰ ਦੇਵੋਗੇ। ਹੁਣ ਇਸ ਤੋਂ ਬਾਅਦ ਇਹ ਸਟੈਪ ਦੇ ਵਿੱਚ ਧਿਆਨ ਨਾਲ ਦੇਖਣਾ, ਇਹ ਹੈਗਾ ਨੰਬਰ ਆਫ ਐਂਟਰੀਜ਼ ਟੂ ਬੀ ਮੇਡ। ਫਾਰਮ ਨੂੰ ਸੁਖਾਲਾ ਬਣਾਉਣ ਦੇ ਲਈ ਇਸ ਫਾਰਮ ਦੇ ਵਿੱਚ ਇੱਕ ਤੋਂ ਵੱਧ ਐਂਟਰੀਜ਼ ਕਰਨ ਦਾ ਪ੍ਰੋਵੀਜ਼ਨ ਜਿਹੜਾ ਹੈਗਾ ਉਹ ਰੱਖਿਆ ਗਿਆ। ਮੰਨ ਲਓ ਕਿਸੇ ਜੱਜ ਨੂੰ 12 ਐਂਟਰੀਜ਼ ਨੇ ਜਿਹੜੀਆਂ ਜੱਜ ਕਰਨ ਲਈ ਪ੍ਰਾਪਤ ਹੁੰਦੀਆਂ ਨੇ, ਤਾਂ ਇਹ ਜਿਹੜਾ ਫਾਰਮ ਹੈ ਇਸ ਨੂੰ ਉਹ 3 ਵਾਰ 'ਚ ਭਰ ਸਕਦਾ ਹੈ। ਮਤਲਬ ਪਹਿਲੀ ਵਾਰ ਉਹ 5 ਐਂਟਰੀਜ਼ ਫਿਲ ਕਰ ਦੇਗਾ, ਅਗਲੀ ਵਾਰ ਫਿਰ 5 ਐਂਟਰੀਜ਼ ਫਿਲ ਕਰ ਦੇਗਾ ਉਸ ਤੋਂ ਅਗਲੀਆਂ, ਤੇ ਲਾਸਟ ਦੇ ਵਿੱਚ ਉਸ ਕੋਲ 2 ਐਂਟਰੀਜ਼ ਰਹਿ ਗਈਆਂ ਤਾਂ ਉਹ 2 ਤੇ ਕਲਿੱਕ ਕਰਕੇ ਅੱਗੇ ਭਰੇਗਾ। ਇਸ ਤਰੀਕੇ ਨਾਲ ਤੁਸੀਂ ਜਿੰਨੀਆਂ ਐਂਟਰੀਜ਼ ਭਰਨੀਆਂ ਨੇ ਤੁਸੀਂ ਉਹਨਾਂ ਉਰੋਂ ਸਿਲੈਕਟ ਕਰ ਸਕਦੇ ਹੋ। ਮੰਨ ਲਓ ਅਸੀਂ ਉਰੇ 3 ਐਂਟਰੀਜ਼ ਸਿਲੈਕਟ ਕਰ ਲੈਂਦੇ ਹਾਂ, ਤਾਂ ਇਸ ਦਾ ਮਤਲਬ ਹੈ ਵੀ ਅਸੀਂ ਇੱਕ ਵਾਰ 'ਚ 3 ਐਂਟਰੀਆਂ ਭਰਨਾ ਚਾਹੁੰਦੇ ਹਾਂ। ਇਸ ਤੋਂ ਬਾਅਦ ਅਸੀਂ ਨੈਕਸਟ ਕਰਦੇ ਹਾਂ। ਹੁਣ ਇੱਕ ਗੱਲ ਦਾ ਉਰੇ ਧਿਆਨ ਰੱਖਿਆ ਜਾਵੇ, ਜੇਕਰ ਕਿਸੇ ਜੱਜ ਨੂੰ ਐਂਟਰੀਆਂ ਘੱਟ ਪ੍ਰਾਪਤ ਹੋਈਆਂ ਨੇ, ਮੰਨ ਲਓ 3 ਐਂਟਰੀਆਂ ਪ੍ਰਾਪਤ ਹੋਈਆਂ ਨੇ ਤੇ ਉਹ 5 ਐਂਟਰੀਆਂ ਭਰ ਕੇ ਅੱਗੇ ਜਾਂਦਾ, ਤਾਂ ਇਸ ਕੇਸ ਦੇ ਵਿੱਚ ਉਹਨੂੰ 5 ਐਂਟਰੀਆਂ ਭਰਨੀਆਂ ਜ਼ਰੂਰੀ ਹੋਣਗੀਆਂ। ਤਾਂ ਉਹਦੀ ਇਹ ਮਿਹਨਤ ਜਾਇਆ ਨਾ ਜਾਵੇ, ਇਸ ਲਈ ਆਪਣੀਆਂ ਐਂਟਰੀਜ਼ ਨੂੰ ਉਰੇ ਸਿਲੈਕਟ ਧਿਆਨ ਨਾਲ ਕਰੋ। ਜਿਵੇਂ ਹੁਣ ਮੰਨ ਲਓ ਮੈਨੇ ਪਹਿਲੀ ਵਾਰੀ ਭਰ ਰਿਹਾ ਮੈਂ, ਤਾਂ ਮੈਨੂੰ ਮਤਲਬ 3 ਹੀ ਐਂਟਰੀਆਂ ਪ੍ਰਾਪਤ ਹੋਈਆਂ ਨੇ, ਮੈਂ 3 ਐਂਟਰੀਆਂ ਕਲਿੱਕ ਕਰਤੀਆਂ। ਜੇ ਮੈਨੂੰ 5 ਤੋਂ ਵੱਧ ਹੋਈਆਂ ਹੁੰਦੀਆਂ ਮੈਂ ਇੱਕ ਵਾਰੀ 5 ਐਂਟਰੀਆਂ ਇਕੱਠੀਆਂ ਭਰ ਲੈਂਦਾ। ਉਸ ਤੋਂ ਬਾਅਦ ਜਿੰਨੀਆਂ ਬਚਦੀਆਂ, ਮੰਨ ਲਓ ਜੇ 6 ਪ੍ਰਾਪਤ ਹੋਈਆਂ ਹੁੰਦੀਆਂ ਤਾਂ ਮੈਂ 1 ਕਰ ਲੈਂਦਾ, ਜੇ 8 ਪ੍ਰਾਪਤ ਹੋਈਆਂ ਤਾਂ ਮੈਂ 3 ਕਰ ਲੈਂਦਾ, ਐਦਾਂ। ਤਾਂ ਅਸੀਂ ਆਪਣੀਆਂ ਨੰਬਰ ਆਫ ਐਂਟਰੀ ਜੋ ਅਸੀਂ ਭਰਨੀਆਂ ਨੇ ਉਸ ਦੇ ਉੱਤੇ ਕਲਿੱਕ ਕਰਕੇ ਅਸੀਂ ਨੈਕਸਟ 'ਤੇ ਕਲਿੱਕ ਕਰਾਂਗੇ। ਇਹ ਕਰਨ ਤੋਂ ਬਾਅਦ ਸਾਡੇ ਕੋਲ ਹੁਣ ਐਂਟਰੀ ਭਰਨ ਦਾ ਜਿਹੜਾ ਪ੍ਰੋਸੈਸ ਹੈ, ਹੁਣ ਤੁਹਾਡੀ ਵਰਕਿੰਗ ਕਾਪੀ ਦਾ ਜਿਹੜਾ ਕੰਮ ਹੈ ਉਹ ਇਸ ਤੋਂ ਬਾਅਦ ਸ਼ੁਰੂ ਹੁੰਦਾ। ਹੁਣ ਬਿਲਕੁਲ ਤੁਸੀਂ ਆਪਣੀ ਵਰਕਿੰਗ ਕਾਪੀ ਦੇ ਅਕੋਰਡਿੰਗਲੀ ਕੰਮ ਕਰਨਾ। ਇੱਕ ਗੱਲ ਇਸ ਜਗ੍ਹਾ 'ਤੇ ਵਿਸ਼ੇਸ਼ ਧਿਆਨ ਰੱਖਣੀ ਹੈ ਕਿ ਐਂਟਰੀ ਦਾ ਕੋਡ ਬਹੁਤ ਧਿਆਨ ਨਾਲ ਭਰਿਆ ਜਾਵੇ, ਕਿਉਂਕਿ ਐਂਟਰੀ ਦਾ ਕੋਡ ਗਲਤ ਹੋਣ 'ਤੇ ਤੁਹਾਡੀ ਇਹ ਐਂਟਰੀ ਅਯੋਗ ਹੋ ਜਾਂਦੀ ਹੈ ਅਤੇ ਤੁਹਾਨੂੰ ਫਿਰ ਸਟੇਟ ਟੀਮ ਤੋਂ ਬਾਰ-ਬਾਰ ਰਿਮਾਈਂਡਰ ਆਉਂਦਾ ਕਿ ਤੁਹਾਡੀ ਇਹ ਐਂਟਰੀ ਠੀਕ ਨਹੀਂ ਹੈ। ਇਸ ਨਾਲ ਤੁਹਾਡੇ ਜਿਹੜੇ ਐਫਰਟਸ ਨੇ ਉਹ ਵੱਧ ਜਾਂਦੇ ਨੇ। ਤਾਂ ਇਸ ਲਈ ਐਂਟਰੀ ਕੋਡ ਧਿਆਨ ਨਾਲ ਭਰਿਆ ਜਾਵੇ। ਤਾਂ ਐਂਟਰੀ ਕੋਡ ਅਸੀਂ ਜਿਹੜੀ ਸਾਡੀ ਵਰਕਿੰਗ ਕਾਪੀ ਹੈ ਇਸ ਦੇ ਉੱਤੇ ਅਸੀਂ ਲਿਖੇ ਹੋਣਗੇ, ਜੋ ਕਿ ਸਾਨੂੰ ਸਾਡੀ ਐਕਸਲ ਫਾਈਲ ਦੇ ਰੂਪ ਵਿੱਚ ਪ੍ਰਾਪਤ ਹੋਏ ਹੋਣਗੇ। ਤਾਂ ਇਸ ਵਿੱਚ ਅਸੀਂ ਸਭ ਤੋਂ ਪਹਿਲਾਂ ਪਹਿਲੀ ਐਂਟਰੀ ਦੀ ਐਂਟਰੀ ਕਰਦੇ ਹਾਂ। ਤਾਂ ਇਹ ਮੰਨ ਲਓ ਹੋ ਗਈ 110353। ਅਸੀਂ ਉਹੀ ਐਂਟਰੀ ਕੋਡ ਇੱਥੇ ਭਰ ਦਿੰਦੇ ਹਾਂ। ਇੱਥੇ ਅਸੀਂ ਭਰ ਦਿੰਦੇ ਹਾਂ 110353। ਦੇਖੋ ਤੁਹਾਡਾ ਕੋਡ ਅਸੈਪਟ ਹੋ ਗਿਆ ਕਿਉਂਕਿ 6 ਡਿਜਿਟ ਪੂਰੇ ਹੋ ਗਏ। ਇਸ ਤੋਂ ਬਾਅਦ ਸੁਰ ਅਤੇ ਤਾਲ, ਉਚਾਰਨ ਸ਼ੈਲੀ, ਗਾਇਨ ਸ਼ੈਲੀ ਅਤੇ ਲੈਅ, ਆਪਸੀ ਤਾਲਮੇਲ ਅਤੇ ਸਮੁੱਚਾ ਪ੍ਰਭਾਵ, ਇਹ ਜਿਹੜੇ 5 ਮਾਪਦੰਡ ਨੇ ਇਹ ਅਸੀਂ ਇਸ ਦੇ ਵਿੱਚ ਭਰ ਦੇਵਾਂਗੇ। ਇਸ ਦੇ ਵਿੱਚ ਕੁਝ ਵੀ ਟਾਈਪ ਨਹੀਂ ਕਰਨਾ, ਜਸਟ ਕਲਿੱਕ ਕਰਨਾ। ਹੁਣ ਇੱਕ ਗੱਲ ਦਾ ਉਰੇ ਹੋਰ ਵਿਸ਼ੇਸ਼ ਧਿਆਨ ਰੱਖਿਆ ਜਾਵੇ, ਮੰਨ ਲਓ ਕੋਈ ਐਂਟਰੀ ਅਯੋਗ ਹੈ, ਡਿਸਕੁਆਲੀਫਾਈਡ ਆ, ਤਾਂ ਉਸ ਕੇਸ ਦੇ ਵਿੱਚ ਇਸ ਨੂੰ ਸਾਰਿਆਂ ਦੇ ਵਿੱਚ 1-1 ਹੀ ਲਗਾਉਣਾ। ਕਈ ਵਾਰੀ ਕੀ ਹੁੰਦਾ, ਐਂਟਰੀ ਸਾਡੀ ਅਯੋਗ ਹੁੰਦੀ ਹੈ, ਅਸੀਂ ਵਿਸ਼ੇਸ਼ ਕਥਨ 'ਚ ਲਿਖ ਵੀ ਦਿੰਦੇ ਹਾਂ ਵੀ ਡਿਸਕੁਆਲੀਫਾਈਡ ਡਿਊ ਟੂ ਸ਼ਾਰਟੇਜ ਆਫ ਟਾਈਮ। ਸਪੋਜ਼ ਅਸੀਂ ਇਹ ਲਿਖਤਾ। ਹੁਣ ਇਸ ਦੇ ਵਿੱਚ ਹੁੰਦਾ ਕੀ ਹੈ, ਕਈ ਵਾਰੀ ਵੀ ਨਾਲੇ ਤਾਂ ਆਪਾਂ ਉੱਪਰ ਨੰਬਰ ਲਗਾ ਦਿੰਦੇ ਹਾਂ ਉਸ ਨੂੰ ਜੱਜ ਕਰਕੇ, ਨਾਲੇ ਅਸੀਂ ਨੀਚੇ ਉਹਨੂੰ ਡਿਸਕੁਆਲੀਫਾਈ ਕਰਤਾ। ਤਾਂ ਇਸ ਕੇਸ ਦੇ ਵਿੱਚ ਵੀ ਇਹ ਐਂਟਰੀ ਜਿਹੜੀ ਹੈਗੀ ਹੈ ਇਹ ਗਲਤ ਮੰਨੀ ਜਾਏਗੀ, ਅਯੋਗ ਮੰਨੀ ਜਾਏਗੀ। ਜੇ ਕੋਈ ਐਂਟਰੀ ਡਿਸਕੁਆਲੀਫਾਈਡ ਆ ਤਾਂ ਉਸ ਦਾ ਐਂਟਰੀ ਡਿਸਕੁਆਲੀਫਾਈਡ ਕੋਡ ਹੈ ਜੋ ਉਹ ਹੈਗਾ ਸਾਰੇ 1-1-1 ਇਹ ਹੀ ਕਰਨਾ ਹੈ। ਜੇ ਐਂਟਰੀ ਡਿਸਕੁਆਲੀਫਾਈਡ ਹੈ, ਇਸ ਦੇ ਵਿੱਚ ਵਿਸ਼ੇਸ਼ ਕਥਨ ਦੇ ਵਿੱਚ ਡਿਸਕੁਆਲੀਫਾਈਡ ਹੋਣ ਦਾ ਰੀਜ਼ਨ ਲਿਖਣਾ ਹੈ। ਜਿਹੜੀ ਡਿਸਕੁਆਲੀਫਾਈਡ ਐਂਟਰੀ ਆ ਉਹਦਾ ਕੋਡ ਹੈ ਸਾਰਿਆਂ ਦੇ ਵਿੱਚੋਂ 1-1-1-1। ਤਾਂ ਇਸ ਤਰੀਕੇ ਨਾਲ ਤੁਹਾਡੀ ਪਹਿਲੀ ਐਂਟਰੀ ਜਿਹੜੀ ਹੈਗੀ ਆ ਉਹ ਪੂਰੀ ਹੋ ਗਈ। ਹੁਣ ਅਸੀਂ ਇਸ ਤੋਂ ਬਾਅਦ ਅਗਲੀ ਐਂਟਰੀ ਭਰਦੇ ਹਾਂ। ਜਿਵੇਂ ਅਸੀਂ ਸੀਰੀਅਲ ਦੇ ਵਿੱਚ ਹੀ ਹੁੰਦੀਆਂ ਨੇ ਸਾਡੇ ਕੋਲ ਐਂਟਰੀਜ਼, ਤੁਸੀਂ ਭਰ ਕਿਸੇ ਵੀ ਆਰਡਰ 'ਚ ਸਕਦੇ ਹੋ। ਜਿਵੇਂ 5-3-4 ਨੈਕਸਟ ਐਂਟਰੀ ਲੈ ਲਈ, ਇਹ ਮੇਰੀ ਇਹਦੇ ਵਿੱਚੋਂ ਜੱਜਮੈਂਟ ਹੋਈ ਹੈ ਤਾਂ ਮੈਂ ਇਹਦੀ ਜਿਹੜੀ ਨੰਬਰ ਨੇ ਉਹ ਲਗਾਤੇ।
ਉਸ ਤੋਂ ਬਾਅਦ ਇਸ ਦੇ ਵਿੱਚ ਤੁਸੀਂ ਇਹਨੂੰ ਖਾਲੀ ਛੱਡ ਸਕਦੇ ਹੋ, ਕਿਉਂਕਿ ਇਹ ਆਪਸ਼ਨਲ ਹੈ। ਵਿਸ਼ੇਸ਼ ਕਥਨ ਜੇ ਕਿਸੇ ਜੱਜਮੈਂਟ ਪ੍ਰੋਪਰ ਹੋਈ ਆ ਉਹਦੇ ਬਾਰੇ ਕੁਝ ਵਿਸ਼ੇਸ਼ ਨਹੀਂ ਲਿਖਣਾ, ਵਿਸ਼ੇਸ਼ ਕਥਨ ਖਾਲੀ ਛੱਡ ਦਿਓ। ਇਸ ਤੋਂ ਬਾਅਦ ਅਗਲੀ ਐਂਟਰੀ ਆ ਗਈ, ਕਿਉਂਕਿ ਅਸੀਂ 3 ਐਂਟਰੀਆਂ ਸਿਲੈਕਟ ਕੀਤੀਆਂ ਸੀ ਤਾਂ ਅਸੀਂ ਇੱਕ ਵਾਰੀ 'ਚ 3 ਐਂਟਰੀਆਂ ਜਿਹੜੀਆਂ ਹੈਗੀਆਂ ਨੇ ਉਹ ਭਰ ਸਕਦੇ ਹਾਂ। ਹੁਣ ਇਸ ਦੀ ਅਸੀਂ ਜੱਜਮੈਂਟ ਜਿਹੜੀ ਹੈਗੀ ਆਪਣੀ ਵਰਕਿੰਗ ਕਾਪੀ ਜੋ ਕਿ ਸਾਡੇ ਸਾਹਮਣੇ ਹੱਥ 'ਚ ਹੋਏਗੀ, ਅਸੀਂ ਉਸ ਤੋਂ ਦੇਖ ਕੇ ਅਸੀਂ ਆਪਣੀ ਐਂਟਰੀ ਭਰ ਦਾਂਗੇ। ਜੇ ਕੋਈ ਵਿਸ਼ੇਸ਼ ਕਥਨ ਦੇਣਾ ਚਾਹੁੰਦੇ ਹੋ ਤੁਸੀਂ ਉਸ ਬਾਰੇ ਲਿਖ ਸਕਦੇ ਹੋ, ਅਦਰਵਾਈਜ਼ ਤੁਸੀਂ ਇਸ ਨੂੰ ਖਾਲੀ ਛੱਡ ਸਕਦੇ ਹੋ। ਤਾਂ ਇਸ ਤਰੀਕੇ ਨਾਲ ਤੁਸੀਂ ਇੱਕ ਵਾਰੀ 'ਚ 3 ਐਂਟਰੀਆਂ ਦੀ ਜਿਹੜੀ ਐਂਟਰੀ ਹੈ ਉਹ ਕਰ ਲਵੋਗੇ। ਤੁਸੀਂ ਆਪਣਾ ਇੱਕ ਵਾਰੀ ਦੁਬਾਰਾ ਸਾਰੀਆਂ ਐਂਟਰੀਆਂ ਨੂੰ ਮਿਲਾ ਲਵੋ ਆਪਣੀ ਵਰਕਿੰਗ ਕਾਪੀ ਦੇ ਨਾਲ। ਇਹ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਕਿ ਐਂਟਰੀ ਕੋਡ ਕਦੇ ਵੀ ਗਲਤ ਨਾ ਹੋਵੇ। ਐਂਟਰੀ ਕੋਡ ਗਲਤ ਹੋਣ 'ਤੇ ਤੁਹਾਡੇ ਸਾਰੀ ਜਿਹੜੀਆਂ ਐਫਰਟਸ ਨੇ ਉਹ ਫਰੂਟਲੈਸ ਹੋ ਜਾਂਦੀਆਂ ਨੇ। ਇਸ ਤੋਂ ਬਾਅਦ ਤੁਸੀਂ ਸਬਮਿਟ 'ਤੇ ਕਲਿੱਕ ਕਰੋਗੇ। ਜਦੋਂ ਅਸੀਂ ਸਬਮਿਟ 'ਤੇ ਕਲਿੱਕ ਕਰਾਂਗੇ ਤਾਂ ਸਾਡੇ ਕੋਲ ਇਸ ਤਰੀਕੇ ਦਾ ਮੈਸੇਜ ਆਊਗਾ, ਯੂਅਰ ਜੱਜਮੈਂਟ ਐਂਟਰੀ ਔਰ ਐਂਟਰੀਜ਼ ਹੈਵ ਬੀਨ ਰਿਕਾਰਡਡ। ਕਿਉਂਕਿ ਅਸੀਂ ਇੱਕ ਐਂਟਰੀ ਵੀ ਭਰ ਸਕਦੇ ਹਾਂ, ਮਲਟੀ ਵੀ ਭਰ ਸਕਦੇ ਹਾਂ। ਉਸ ਤਰੀਕੇ ਦਾ ਜਿਹੜਾ ਮੈਸੇਜ ਆ ਉਹ ਆ ਜਾਊਗਾ। ਹੁਣ ਮੰਨ ਲਓ ਸਾਡੀਆਂ 6 ਐਂਟਰੀਆਂ ਸੀਗੀਆਂ, ਅਸੀਂ 5 ਭਰਤੀਆਂ, ਦੁਬਾਰਾ ਫਿਰ ਇੱਕ ਐਂਟਰੀ ਰਹਿ ਗਈ ਜਾਂ 2 ਰਹਿ ਗਈਆਂ ਜਾਂ ਹੋਰ ਜਿੰਨੀਆਂ ਵੀ ਐਂਟਰੀਆਂ ਰਹਿ ਗਈਆਂ ਅਸੀਂ ਦੁਬਾਰਾ ਫਾਰਮ ਭਰਨਾ, ਤਾਂ ਅਸੀਂ ਸਬਮਿਟ ਅਨਦਰ ਰਿਸਪੌਂਸ 'ਤੇ ਜਾਵਾਂਗੇ। ਤਾਂ ਉਸ ਕੇਸ ਦੇ ਵਿੱਚ ਸਾਡੇ ਕੋਲ ਦੇਖੋ ਫਾਰਮ ਸਾਡਾ ਬਿਗਨਿੰਗ ਤੋਂ ਦੁਬਾਰਾ ਸਟਾਰਟ ਹੋ ਗਿਆ। ਅਸੀਂ ਦੁਬਾਰਾ ਆਪਣਾ ਸੇਮ ਪ੍ਰੋਸੈਸ ਅਪਲਾਈ ਕਰਕੇ ਜਿੰਨੀਆਂ ਸਾਡੀਆਂ ਐਂਟਰੀ ਸਾਨੂੰ ਅਲੋਟ ਹੋਈਆਂ ਨੇ ਉਹ ਅਸੀਂ ਭਰ ਲਵਾਂਗੇ। ਹੁਣ ਸਾਰੀਆਂ ਐਂਟਰੀਜ਼ ਦੀ ਐਂਟਰੀ ਕਰਨ ਤੋਂ ਬਾਅਦ ਜੋ ਇੱਕ ਵਿਸ਼ੇਸ਼ ਕੰਮ ਹੈ ਉਹ ਅਸੀਂ ਕਰਨਾ ਕਿ ਜੋ ਅਸੀਂ ਐਂਟਰੀਜ਼ ਭਰੀਆਂ ਨੇ ਅਸੀਂ ਉਹਨਾਂ ਨੂੰ ਚੈੱਕ ਕਰਨਾ ਹੈ ਵੀ ਕੀ ਸਾਡੀਆਂ ਐਂਟਰੀਜ਼ ਪ੍ਰੋਪਰ ਭਰੀਆਂ ਗਈਆਂ। ਉਸ ਮੰਤਵ ਲਈ ਜੋ ਅਸੀਂ ਉਰੇ ਈਮੇਲ ਐਡਰੈਸ ਭਰਿਆ ਅਸੀਂ ਉਹ ਆਪਣੀ ਈਮੇਲ ਆਈਡੀ ਖੋਲ੍ਹਦੇ ਹਾਂ। ਤਾਂ ਜਦੋਂ ਤੁਸੀਂ ਆਪਣੀ ਉਹ ਈਮੇਲ ਆਈਡੀ ਖੋਲੋਗੇ ਤਾਂ ਤੁਸੀਂ ਦੇਖੋਗੇ ਕਿ ਤੁਹਾਨੂੰ ਉਹ ਜੋ ਤੁਸੀਂ ਫਾਰਮ ਭਰਿਆ ਉਸ ਦਾ ਗੂਗਲ ਫਾਰਮਸ ਦੇ ਨਾਮ ਦੇ ਨਾਲ ਇੱਕ ਮੇਲ ਪ੍ਰਾਪਤ ਹੋਈ ਹੈ ਤੁਹਾਨੂੰ, ਜਿਸ ਨੂੰ ਤੁਸੀਂ ਓਪਨ ਕਰੋਗੇ ਤਾਂ ਤੁਹਾਡੇ ਦੁਆਰਾ ਭਰੀ ਗਈ ਸਾਰੀ ਐਂਟਰੀ ਤੁਹਾਨੂੰ ਐਜ਼ ਇਟ ਇਜ਼ ਸਕਰੀਨ ਦੇ ਉੱਪਰ ਭੇਜੀ ਜਾ ਚੁੱਕੀ ਹੈ। ਦੇਖੋ, ਥੈਂਕਸ ਫॉर ਫਿਲਿੰਗ ਆਊਟ ਸ਼ਬਦ ਗਾਇਨ ਮੁਕਾਬਲੇ ਦੀ ਜੱਜਮੈਂਟ ਐਂਟਰੀ। ਤਾਂ ਇਸ ਦੇ ਵਿੱਚ ਤੁਸੀਂ ਸਭ ਤੋਂ ਪਹਿਲਾਂ ਆਪਣਾ ਜਿਹੜਾ ਈਮੇਲ ਆਈਡੀ ਭਰਿਆ ਸੀ ਉਹ ਦਰਸਾਇਆ ਗਿਆ। ਇਸ ਤੋਂ ਬਾਅਦ ਤੁਹਾਨੂੰ ਜੱਜ ਨੂੰ ਜੋ ਪ੍ਰਾਪਤ ਹੋਇਆ ਕੋਡ ਭਰਿਆ ਸੀ ਉਹ ਦਰਸਾਇਆ ਗਿਆ। ਇਹਨੂੰ ਤੁਸੀਂ ਮਿਲਾਨ ਕਰ ਲੈਣਾ ਵੀ ਸਾਡੇ ਤੋਂ ਕਿਤੇ ਗਲਤ ਤਾਂ ਨਹੀਂ ਹੋ ਗਿਆ। ਜੇ ਕੋਈ ਗਲਤ ਹੋ ਵੀ ਗਿਆ ਕੋਈ ਚੱਕਰ ਨਹੀਂ, ਤੁਸੀਂ ਆਪਣੀ ਸੇਮ ਐਂਟਰੀ ਦੁਬਾਰਾ ਕਰਨੀ ਪੈਣੀ ਹੈ ਤੁਹਾਨੂੰ। ਤਾਂ ਉਸ ਤੋਂ ਬਾਅਦ ਤੁਸੀਂ 3 ਐਂਟਰੀਆਂ ਸਿਲੈਕਟ ਕੀਤੀਆਂ ਸੀ ਭਰਨ ਲਈ। ਉਸ ਤੋਂ ਬਾਅਦ ਪਹਿਲੀ ਐਂਟਰੀ ਦਾ ਕੋਡ ਇਹ ਭਰਿਆ ਸੀਗਾ, ਇਹਦੇ ਕੀ ਨੰਬਰ ਲਾਏ ਸੀ ਤੁਸੀਂ। ਆਪਾਂ ਪਹਿਲੀ ਐਂਟਰੀ ਅਯੋਗ ਕਰਾਰ ਦਿੱਤੀ ਸੀਗੀ, ਇਸ ਕਰਕੇ ਸਾਰੇ 1-1 ਆ ਰਹੇ ਨੇ। ਆਪਾਂ ਉਹਦਾ ਰੀਜ਼ਨ ਲਿਖਤਾ ਡਿਸਕੁਆਲੀਫਾਈਡ ਡਿਊ ਟੂ ਸ਼ਾਰਟੇਜ ਆਫ ਟਾਈਮ। ਹੁਣ ਇੱਕ ਗੱਲ ਮੈਂ ਰਿਪੀਟ ਕਰ ਦਿੰਦਾ ਕਿ ਜੋ ਐਂਟਰੀ ਡਿਸਕੁਆਲੀਫਾਈਡ ਹੈ ਤਾਂ ਉਸ ਦਾ ਕੋਡ 11111 ਹੀ ਭਰਿਆ ਜਾਵੇ, ਉਸ ਦੇ ਮਾਰਕਸ ਨਾ ਲਗਾਏ ਜਾਣ। ਉਸ ਤੋਂ ਬਾਅਦ ਦੂਸਰੀ ਐਂਟਰੀ ਆ ਗਈ, ਉਸ ਦਾ ਤੁਸੀਂ ਜਿਹੜੇ ਮਾਪਦੰਡ ਦੇ ਅਕੋਰਡਿੰਗਲੀ ਉਹਦੇ ਨੰਬਰ ਨੇ ਜਿਹੜੇ ਬਣਦੇ ਨੰਬਰ ਨੇ ਉਹ ਐਂਟਰ ਕਰਤੇ। ਉਸ ਦਾ ਵਿਸ਼ੇਸ਼ ਕਥਨ ਅਸੀਂ ਖਾਲੀ ਛੱਡਤਾ ਸੀ। ਤੀਸਰੀ ਐਂਟਰੀ ਆ ਗਈ, ਉਹਦੀ ਵੀ ਜੱਜਮੈਂਟ ਜੋ ਅਸੀਂ ਭਰੀ ਆ ਉਹ ਸਾਨੂੰ ਦਰਸਾਈ ਗਈ ਹੈ ਤੇ ਇਸ ਦੇ ਰਿਮਾਰਕਸ ਦੇ ਵਿੱਚ ਅਸੀਂ ਵੈਰੀ ਗੁੱਡ ਲਿਖਿਆ। ਤਾਂ ਇਸ ਈਮੇਲ ਦੇ ਵਿੱਚੋਂ ਜੋ ਸਭ ਤੋਂ ਇੰਪੋਰਟੈਂਟਲੀ ਤੁਸੀਂ ਦੇਖਣਾ, ਆਪਣੀ ਵਰਕਿੰਗ ਕਾਪੀ ਦੇ ਨਾਲ ਆਪਣੇ ਐਂਟਰੀ ਕੋਡ ਨੇ ਜਿਹੜੇ ਉਹ ਦੁਬਾਰਾ ਮਿਲਾਨ ਕਰ ਲਓ ਵੀ ਕੀ ਮੈਂ ਐਂਟਰੀ ਕੋਡ ਸਹੀ ਭਰਿਆ, ਕੀ ਮੈਂ ਜਿਹੜੀ ਜੱਜਮੈਂਟ ਭਰੀ ਹੈ ਉਹ ਮੇਰੀ ਵਰਕਿੰਗ ਕਾਪੀ ਨਾਲ ਪੂਰੀ ਮੈਚ ਕਰਦੀ ਹੈ। ਤਾਂ ਤੁਸੀਂ ਇਹਦਾ ਮਿਲਾਨ ਕਰ ਲੈਣਾ, ਸਾਰੀਆਂ ਐਂਟਰੀ ਕੋਡਸ ਨੂੰ ਮਿਲਾਨ ਕਰ ਲੈਣਾ ਤੇ ਇਸ ਤੋਂ ਬਾਅਦ ਤੁਹਾਡੀ ਜਿਹੜੀ ਐਂਟਰੀ ਹੈ ਇਹ ਕੰਪਲੀਟ ਹੋ ਗਈ ਹੈ। ਇਸ ਤਰੀਕੇ ਨਾਲ ਜੋ ਸਾਨੂੰ ਜੱਜਮੈਂਟ ਦੀ ਇਹ ਭੂਮਿਕਾ ਮਿਲੀ ਹੈ ਅਸੀਂ ਨਿਭਾਉਣੀ ਹੈ। ਮੈਨੂੰ ਉਮੀਦ ਹੈ ਤੁਸੀਂ ਇਸ ਦਿੱਤੀ ਹੋਈ ਜਾਣਕਾਰੀ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹੋਵੋਗੇ। ਧੰਨਵਾਦ।